ਵਾਹਿਗੁਰੂ ਜੀ ਕੀ ਫਤਿਹ। ਗੁਰ ਅਰਜਨ ਦਿਖ ਬਿਸਮੈ ਪਾਇਓ। ਹਾਜ਼ਰਾ ਹਜ਼ੂਰ ਸਰਬ ਸ਼ਕਤੀਮਾਨ ਗਿਆਨ ਸਮੁੰਦਰ ਬਾਣੀ ਦੇ ਬੋਹਿਤ ਨਿਰੰਕਾਰ ਸਰੂਪ ਅਕਾਲ ਪੁਰਖ ਜੋਤ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਹਜ਼ੂਰ ਪਾਤਸ਼ਾਹ ਦੇ ਸਜੇ ਹੋਏ ਪਾਵਨ ਦਰਬਾਰ ਨਿੱਘੀ ਗੋਦ ਵਿੱਚ ਆਪੋ ਆਪਣੇ ਘਰਾਂ 'ਚ ਜੁੜੇ ਹੋਏ ਗੁਰੂ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਨਾਲ ਸ਼ਾਮ ਦੇ ਦੀਵਾਨ ਦਾ ਆਨੰਦ ਮਾਣ ਰਹੇ ਹੋ। ਆਓ ਬਿਰਤੀਆਂ ਇਕਾਗਰ ਕਰੀਏ। ਗੁਰੂ ਚਰਨਾਂ ਦੇ ਵਿੱਚ ਜੁੜਦੇ ਹੋਏ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਮਹਾਨ ਬਖਸ਼ਿਸ਼ ਕਰ ਰਹੇ ਨੇ, ਸਤਿਗੁਰਾਂ ਦੇ ਅਮਰ ਜੀਵਨ ਦੀ ਅਮਰ ਗਾਥਾ ਆਪਣੇ ਸਰਵਣ ਕੀਤੀ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਜੀ ਦੇ ਵਿੱਚ ਹੋਇਆ। ਬਾਬਾ ਬੁੱਢਾ ਜੀਆਂ ਨੇ ਪ੍ਰਕਾਸ਼ ਕੀਤੇ, ਮੁੱਖ ਵਾਕ ਲਿਆ। ਬਾਬਾ ਬੁੱਢਾ ਜੀਆਂ ਨੂੰ ਇਹ ਪਹਿਲੀ ਸੇਵਾ ਗ੍ਰੰਥੀ ਥਾਪੇ ਗਏ ਹਰਿਮੰਦਰ ਸਾਹਿਬ ਜੀ ਦੇ। ਸੂਹੀ ਮਹੱਲਾ ਪੰਜਵਾ। ਸੰਤਾਂ ਕੇ ਕਾਰਜ ਆਪ ਖਲੋਇਆ ਹਰ, ਕੰਮ ਕਰਾਵਣ ਆਇਆ ਰਾਮ ਇਹ ਮੁੱਖ ਵਾਕ ਆਏ। ਤਾਂ ਉਸ ਸਮੇਂ ਸਤਿਗੁਰੂ ਪਾਤਸ਼ਾਹ ਜੀਆਂ ਦੇ ਹਜ਼ੂਰ ਇਹ ਮਹਾਨ ਇਤਿਹਾਸ ਦੀ ਜੋ ਰਚਨਾ ਹੈ ਭਾਈ ਮਨੀ ਸਿੰਘ ਜੀਆਂ ਨੇ ਕਲਗੀਧਰ ਪਿਤਾ ਤੋਂ ਸੁਣੀ ਤੇ ਭਾਈ ਮਨੀ ਸਿੰਘ ਤੇ ਭਾਈ ਭਗਤ ਸਿੰਘ ਜੀਆਂ ਨੇ ਸੁਣੀ। ਅੱਗੇ ਜਿਹੜੇ ਲਿਖਾਰੀ ਜਿਨ੍ਹਾਂ ਨੇ ਰਚਨਾ ਕੀਤੀ ਹੈ ਉਹਨਾਂ ਨੇ ਆਪਣਾ ਨਾਮ ਨਹੀਂ ਦਿੱਤਾ ਹੋਇਆ। ਸੋ ਆਓ ਪਰ ਭਾਈ ਭਗਤ ਸਿੰਘ ਕਹਿੰਦੇ ਨੇ ਵੀ ਜੋ ਅੰਮ੍ਰਿਤ ਬਚਨ ਸੂਹੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀਆਂ ਨੇ ਉਚਾਰਨ ਕੀਤੇ। ਸੰਤਾਂ ਕੇ ਕਾਰਜ ਆਪ ਖਲੋਇਆ ਹਰ, ਕੰਮ ਕਰਾਵਣ ਆਇਆ ਰਾਮ। ਇਹਦੀ ਵਿਚਾਰ ਸੁਣਾਓ। ਸੋ ਆਓ ਪਿਆਰ ਨਾਲ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਨ ਦੇ ਲਈ ਸੁਰਤੀ ਟਿਕਾਉਂਦੇ ਹੋਏ ਰਸਨਾ ਪਵਿੱਤਰ ਕਰੀਏ, ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਅਰਜਨ ਦਿਖ ਬਿਸਮੈ ਪਾਇਓ। ਕਿਉਂਕਿ ਜਿਸ ਸਮੇਂ ਹਰਿਮੰਦਰ ਸਾਹਿਬ ਜੀ ਦੀ ਕਾਰ ਸੇਵਾ ਹੋ ਰਹੀ ਸੀ, ਭਾਵ ਨਿਊਆਂ ਪੱਟੀਆਂ ਜਾ ਰਹੀਆਂ ਸਨ, ਸਾਰੀ ਜਗ੍ਹਾ ਮਿੱਟੀ ਕਾਰ ਕੱਢੀ ਜਾ ਰਹੀ ਸੀ। ਜਿਸ ਸਥਾਨ 'ਤੇ ਹਰਿਮੰਦਰ ਸਾਹਿਬ ਜੀ ਦੀ ਰਚਨਾ ਹੈ, ਤਾਂ ਉਸ ਸਮੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਰੂਪ ਧਾਰਨ ਕਰਕੇ ਆਏ, ਮਜ਼ਦੂਰ ਬਣ ਕੇ ਆਏ। ਦੇਵੀ ਦੇਵਤੇ ਵੀ ਸਾਰੇ ਨਾਲ ਆਏ ਸੇਵਾ ਕਰਨ ਵਾਸਤੇ। ਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਰਹੇ ਨੇ ਵੀ ਇਹ ਇੰਨੇ ਮਜ਼ਦੂਰ ਇੰਨੀਆਂ ਸੰਗਤਾਂ ਕਿੱਥੋਂ ਆਈਆਂ ਹਨ। ਇਹ ਮਜ਼ਦੂਰ ਨਵ ਤਨ ਹੈ ਆਇਓ। ਇਹ ਨਵਾਂ ਹੀ ਮਜ਼ਦੂਰ ਲੱਗਦੇ ਨੇ ਜਿਹੜੇ ਲੱਗੇ ਹੋਏ ਨੇ ਸੇਵਾ ਕਰਨ ਵਾਸਤੇ। ਜਾ ਕੇ ਤਨ ਛਾਇਆ ਨੈ ਪਰੈ। ਵੀ ਇਹ ਸਿੱਖ ਲੱਗਦੇ ਨੇ ਬੜੇ ਪਿਆਰ ਵਾਲੇ, ਪਰ ਇਹਨਾਂ ਦੇ ਸਰੀਰ ਕਿਸ ਤਰ੍ਹਾਂ ਦੇ ਨੇ ਮਹਾਰਾਜ ਧਿਆਨ ਧਰ ਕੇ ਦੇਖ ਰਹੇ ਨੇ ਕਿ ਜਿਸ ਤਰ੍ਹਾਂ ਛਾਇਆ ਨਹੀਂ ਹੋਇਆ ਕਰਦੀ, ਪ੍ਰਤੀਤ ਹੋ ਰਿਹਾ ਸਤਿਗੁਰੂ ਪਾਤਸ਼ਾਹ ਜੀਆਂ ਨੂੰ। ਇਹ ਭਗਵੰਤ ਔਰ ਨਹਿਨ ਰਹਿ। ਇਹ ਕੋਈ ਹੋਰ ਨਹੀਂ ਹੈ, ਇਹ ਤਾਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਆਪ ਆਇਆ ਹੋਇਆ ਸੇਵਾ ਕਰਨ ਵਾਸਤੇ। ਤਬ ਭਗਵੰਤ ਕੀ ਉਸਤਤ ਗਾਏ। ਤਾਂ ਉਸ ਸਮੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਜੋ ਸਰਗੁਣ ਸਰੂਪ ਟੋਕਰੀ ਕਾਰ ਦੀ ਭਰੀ ਹੋਈ ਲੈ ਕੇ, ਜਿਹਨੂੰ ਅਸੀਂ ਦਰਸ਼ਨੀ ਡਿਊਟੀ ਆਖਦੇ ਹਾਂ, ਇੱਥੇ ਆਏ।
ਸਤਿਗੁਰਾਂ ਨੇ ਦਰਸ਼ਨ ਕੀਤੇ। ਇਸੇ ਕਰਕੇ ਇਹਦਾ ਨਾਮ ਦਰਸ਼ਨੀ ਡਿਊਟੀ ਹੈ। ਮਹਾਰਾਜ ਲੈਚੀ ਬੇਰੀ ਦੇ ਥੱਲੇ ਆਸਣ ਹੁੰਦਾ ਸੀ, ਉੱਠ ਕੇ ਖੜ੍ਹੇ ਹੋਏ ਤਾਂ ਉਸ ਸਮੇਂ ਨਿਰੰਕਾਰ ਦੀ ਇਹ ਸੇਵਕ ਦੇਖ ਕੇ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ। ਦਸਵਾਂ ਛੰਤ ਸੁਹੀ ਉਚਰਾਏ। ਸੂਹੀ ਰਾਗ ਦਾ ਇਹ 10ਵਾਂ ਛੰਦ ਹੈ। ਸੁਹੀ ਮਹੱਲਾ ਪੰਜਵਾਂ ਛੰਤ। ਸੂਹੀ ਮਹੱਲਾ ਪੰਜਵਾਂ ਛੰਤ ਛੰਤਾਂ ਦੇ ਵਿੱਚ ਹੈ, ਛੰਤਾਂ ਦੀ ਚਾਲ ਹੈ। ਸੰਤਾਂ ਕੇ ਕਾਰਜ ਆਪ ਖਲੋਇਆ। ਇਉਂ ਸਪਸ਼ਟ ਕਰਦੇ ਨੇ ਮਹਾਰਾਜ, ਸੰਤ ਜੋ ਪਰਮਾਤਮਾ ਦੇ ਪਿਆਰੇ, ਜਿਨ੍ਹਾਂ ਵਿੱਚ ਪਰਮੇਸ਼ਰ ਵਸਦਾ, ਉਹ ਪਰਮੇਸ਼ਰ 'ਚ ਵਸਦੇ ਨੇ। ਹੈ ਸਾਡੇ ਵਿੱਚ ਵੀ ਪਰਮੇਸ਼ਰ ਹੈ, ਅਸੀਂ ਵੀ ਪਰਮੇਸ਼ਰ 'ਚ ਵਸਦੇ ਹਾਂ, ਪਰ ਅਸੀਂ ਉਹਨੂੰ ਪ੍ਰਤੱਖ ਨਹੀਂ ਕੀਤਾ, ਪ੍ਰਗਟ ਨਹੀਂ ਕੀਤਾ ਹੈ। ਅਸੀਂ ਮਾਇਆ ਦੇ ਗਰਸੇ ਹੋਏ ਹਾਂ, ਇਹ ਫਰਕ ਹੈ। ਸਾਡੇ ਅੰਦਰ ਹਉਮੈ ਹੰਕਾਰ ਹੈ, ਸੰਸਾਰ ਦੀ ਵਿਧ ਭਾਵ ਕੇ ਦੁੱਖ ਨੇ। ਉਹ ਨਿਰੰਕਾਰ ਦੇ ਵਿੱਚ ਜੁੜੇ ਹੋਏ ਨੇ। ਇੱਕ ਨਿਰੰਕਾਰ ਨਾਲ ਸੰਬੰਧ ਹੈ ਉਹਨਾਂ ਦਾ। ਉਹਨਾਂ ਦੀ ਕਾਰਜ ਕਰਨ ਵਾਸਤੇ ਆਪ ਖਲੋ ਗਿਆ, ਖੜ ਗਿਆ ਆ ਕੇ ਵਿੱਚ। ਹਰ ਕੰਮ ਕਰਾਵਣ ਆਇਆ। ਸੰਤਾਂ ਕੀ ਕਾਰਜ ਆਪ ਖਲੋਇਆ ਹਰ। ਇਹ ਵੀ ਧਿਆਨ ਰੱਖਣਾ ਹੈ, ਹਰ 'ਤੇ ਜਾ ਕੇ ਵਿਸਰਾਮ ਦੇਈਦਾ ਹੈ। ਕੰਮ ਕਰਾਵਣ ਆਇਆ ਰਾਮ। ਰਾਮ ਪਰਮੇਸ਼ਰ ਰਮਿਆ ਹੋਇਆ ਕੰਮ ਕਰਨ ਵਾਸਤੇ ਆਪ ਸੇਵਾ ਕਰ ਰਿਹਾ ਹੈ। ਧਰਤ ਸੁਹਾਵੀ ਤਾਲ ਸੁਹਾਵਾ। ਇਹ ਧਰਤੀ ਸੋਭਨੀਕ ਹੋ ਗਈ ਹੈ। ਇਹ ਸੁੰਦਰ ਤਾਲ ਸਰੋਵਰ ਸਾਹਿਬ ਅੰਮ੍ਰਿਤਸਰ ਸਰੋਵਰ, ਇਹ ਸੋਭਨੀਕ ਹੈ। ਵਿਚੇ ਅੰਮ੍ਰਿਤ ਜਲ ਛਾਇਆ ਰਾਮ। ਜਿਸ ਰਾਮ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪ ਜਲ ਤੇ ਪ੍ਰਤੱਖ ਅੰਮ੍ਰਿਤ ਰੂਪੀ ਜਲ ਛਾਇਆ ਹੋਇਆ, ਭਰਿਆ ਹੋਇਆ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਅੰਮ੍ਰਿਤ ਰੂਪੀ ਜਲ ਪੂਰਨ ਤੌਰ 'ਤੇ ਭਰਿਆ ਹੋਇਆ। ਇਹ ਅਕਾਲ ਪੁਰਖ ਵਾਹਿਗੁਰੂ ਕਰਤੇ ਨੇ ਪੂਰਨ ਸਾਜ ਰਚਨਾ ਕੀਤੀ ਹੈ, ਸਾਜਨਾ ਕੀਤੀ। ਸਗਲ ਮਨੋਰਥ ਪੂਰੇ। ਸਾਜ ਦਾ ਅਰਥ ਇਹ ਵੀ ਹੈ, ਧੰਨ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਉਸ ਸਮੇਂ ਸਾਰਾ ਨਕਸ਼ਾ ਦੱਸਿਆ ਕਿ ਹਰਿਮੰਦਰ ਸਾਹਿਬ ਜੀ ਦੀਆਂ ਕਿੰਨੇ ਗੁੰਮਜ, ਕਿੰਨੇ ਦਰਵਾਜ਼ੇ, ਕਿਸ ਤਰੀਕੇ ਨਾਲ ਪੁਲ, ਸਾਰਾ ਕੁਛ ਅਕਾਲ ਪੁਰਖ ਵਾਹਿਗੁਰੂ ਨੇ ਸਾਜਿਆ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਪੂਰਨ ਸਾਜ ਕਰਾਇਆ। ਅਕਾਲ ਪੁਰਖ ਵਾਹਿਗੁਰੂ ਨੇ ਇਹਨੂੰ ਪੂਰਨ ਤੌਰ 'ਤੇ ਬਣਵਾਇਆ ਹੈ, ਸਾਜਿਆ ਹੈ। ਸਗਲ ਮਨੋਰਥ ਪੂਰੇ। ਜਿਹੜਾ ਕੋਈ ਦੀਦਾਰ ਕਰਦਾ ਹੈ, ਜਿਹੜੇ ਮਨ ਦੇ ਮਨੋਰਥ ਨੇ, ਇੱਥੇ ਆ ਕੇ ਸਾਰੇ ਸੰਪੂਰਨ ਹੁੰਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਕਹਿ ਰਹੇ ਨੇ ਆਪਣੇ ਵੱਲੋਂ, ਕਿਉਂਕਿ ਪ੍ਰਿਥੀ ਚੰਦ ਹੋਰ ਵੀ ਕਈ ਪ੍ਰਕਾਰ ਦੀਆਂ ਵਿਧਵਾ ਭਾਵ ਕੇ ਵਿੱਚ ਵਾਧੇ ਰਹੇ, ਜੋ ਗੁਰੂ ਘਰ ਦੇ ਨਾਲ ਆਢੇ ਡਾਹੁੰਦੇ ਰਹੇ, ਪਰ ਉਹ ਸਾਰੇ ਪਿੱਛੇ ਹਟ ਗਏ। ਹੁਣ ਪੂਰਨ ਤੌਰ 'ਤੇ ਰਚਨਾ ਹੋਈ ਹੈ। ਜੈ ਜੈਕਾਰ ਭਇਆ ਜਗ ਅੰਤਰ। ਜਗ ਤੇ ਅੰਦਰ ਭਾਵ ਕੇ ਸਾਰੇ ਤਿੰਨਾਂ ਲੋਕਾਂ ਦੇ ਵਿੱਚ ਹੀ ਜੈ ਜੈਕਾਰ ਹੋਈ ਹੈ। ਲਾਥੇ ਸਗਲ ਵਿਸੂਰੇ। ਸਾਰੇ ਝੋਰੇ ਲੈ ਗਏ ਨੇ। ਜਿਹੜਾ ਕੋਈ ਦਰਸ਼ਨ ਦੀਦਾਰ ਕਰਦਾ ਉਹਦੇ ਵੀ ਝੋਰੇ ਲੱਥਦੇ ਨੇ। ਕਿੰਨੀ ਦੁਖੀ ਦੁਨੀਆ ਜਾ ਕੇ ਦੀਦਾਰ ਕਰਦੀ ਹੈ। ਮਨ ਦੇ ਜਿਹੜੇ ਝੋਰੇ ਨੇ, ਮਨ ਝੁਰਦਾ ਹੈ, ਦੁੱਖਾਂ ਦੇ ਕਾਰਨ ਦੁਖੀ ਹੁੰਦਾ ਹੈ, ਉਹ ਸਾਰੇ ਲੈ ਜਾਂਦੇ ਨੇ। ਪੂਰਨ ਪੁਰਖ ਅਚੁੱਤ ਅਬਿਨਾਸੀ। ਜੋ ਪੂਰਨ ਪਰਮੇਸ਼ਰ ਹੈ, ਪੁਰਖ ਅਕਾਲ ਪੁਰਖ ਵਾਹਿਗੁਰੂ ਅਚੁੱਤ, ਨਾ ਗਿੜਿਆ ਜਾਣ ਵਾਲਾ, ਅਬਿਨਾਸੀ, ਇਹ ਸਾਰੇ ਨਾਮ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਨੇ। ਜਸ ਵੇਦ ਪੁਰਾਣੀ ਗਾਇਆ। ਵੇਦਾਂ ਤੇ ਪੁਰਾਣਾਂ ਦੇ ਵਿੱਚ ਜਿਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦਾ ਜਸ ਹੋਇਆ ਹੈ, ਵੀ ਇਹ ਹਰਿਮੰਦਰ ਸਾਹਿਬ ਦਾ ਜਸ ਵੇਦਾਂ ਪੁਰਾਣਾਂ ਦੇ ਵਿੱਚ ਵੀ ਗਾਇਆ ਹੈ। ਕਿਉਂਕਿ ਜਿਹੜੇ ਨੰਦ ਰਾਜੇ ਹੋਏ, 3 ਵਾਰੀ ਆਉਂਦਾ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਏ। ਸਤਿਯੁੱਗ 'ਚ ਆਏ ਸੀ, ਕਿਉਂਕਿ ਬੜੀ ਲੰਮੀ ਵਿਚਾਰ ਹੈ, ਸੂਰਜ ਪ੍ਰਕਾਸ਼ ਦੇ ਵਿੱਚ ਵੀ ਇਹ ਸਾਰੀ ਆਉਂਦੀ ਹੈ। ਇੱਥੇ ਮਹਾਨ ਜਗ ਹੋਇਆ ਸੀ, ਹਵਨ ਹੋਇਆ ਸੀ, ਨਿਰੰਕਾਰ ਆ ਕੇ ਇਸ ਸਥਾਨ 'ਤੇ ਸੁਸ਼ੋਭਿਤ ਹੋਏ ਸੀ। ਜਦੋਂ ਸਾਰੇ ਜਗ ਦੀ ਸੰਪੂਰਨਤਾ ਹੋਈ, ਨਿਰੰਕਾਰ ਨੇ ਪੁੱਛਿਆ ਵੀ ਕੀ ਚਾਹੁੰਦੇ? ਕਹਿਣ ਲੱਗਿਆ ਵੀ ਆਪ ਇੱਥੇ ਵਾਸਾ ਕਰੋ। ਤਾਂ ਉਸ ਸਮੇਂ ਬਚਨ ਹੋਇਆ ਸੀ ਕਿ ਜਦੋਂ ਕਲਯੁਗ ਆਵੇਗਾ ਉਸ ਸਮੇਂ ਅਸੀਂ ਇੱਥੇ ਵਸਾਂਗੇ। ਸੋ ਇਉਂ ਆਪ ਆ ਕੇ ਵਸੇ। ਆਪਣਾ ਬਿਰਦ ਰੱਖਿਆ ਪਰਮੇਸ਼ਰ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਬਿਰਦ ਨੂੰ ਸੰਭਾਲਿਆ। ਜਿਹੜੇ ਉਦੋਂ ਬਚਨ ਕੀਤੇ ਸੀ ਸਤਿਯੁੱਗ 'ਚ ਅੱਜ ਪੂਰੇ ਕੀਤੇ। ਨਾਨਕ ਨਾਮ ਤੇ ਆਇਆ। ਕਥਨ ਕਰਦੇ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਨਾਮ ਤੇ ਆਇਆ, ਉਸ ਦੇ ਨਾਮ ਦੇ ਵਿੱਚ ਹੀ ਜੁੜੇ ਹਾਂ। ਇਸ ਤਰ੍ਹਾਂ ਰਚਨਾ ਕੀਤੀ
ਤੇ ਸਾਰੀ ਛੰਦ ਦੀ 4 ਪੌੜੀਆਂ ਸਤਿਗੁਰੂ ਮਹਾਰਾਜ ਨੇ 4 ਪਦੇ ਉਚਾਰਨ ਕੀਤੇ। ਪਰ ਕਵੀ ਜੀਆਂ ਨੇ ਇੱਥੇ 21, ਕਿਉਂਕਿ ਫਿਰ ਕਥਾ ਬਾਹਲੀ ਲੰਮੀ ਹੋ ਜਾਂਦੀ ਹੈ। ਇਸ ਤੋਂ ਅੱਗੇ ਬੜੇ ਪਿਆਰ ਦੇ ਨਾਲ ਜਦੋਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕਰਕੇ ਇਹ ਸ਼ਬਦ ਉਚਾਰਨ ਕੀਤਾ ਤੇ ਇਹੀ ਸ਼ਬਦ ਜਦੋਂ ਮੁੱਖ ਵਾਕ ਲਿਆ, ਉਸ ਸਮੇਂ ਬਾਬਾ ਬੁੱਢਾ ਜੀਆਂ ਨੇ ਸ਼ਬਦ ਲਿਆ, ਮੁੱਖ ਵਾਕ ਲਿਆ, ਉਦੋਂ ਇਹ ਸ਼ਬਦ ਆਇਆ, ਚੌਪਾਈ ਸੁਨ ਭਗਵੰਤ ਮਨ ਆਨੰਦ ਪਾਇਓ। ਇਸ ਤਰ੍ਹਾਂ ਜਦੋਂ ਸੰਪੂਰਨ ਸ਼ਬਦ ਉਚਾਰਨ ਕੀਤਾ ਤਾਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਬੜੇ ਆਨੰਦ ਹੋਏ ਸ਼ਬਦ ਸੁਣ ਕੇ। ਫਕਰ ਪੂਜਾ ਗੁਰ ਗੁਰ ਸੋ ਲਾਇਓ। ਤਾਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਆਪਣੇ ਗਲ ਲਾ ਲੈਂਦੇ ਨੇ। ਮਾਨੋ ਆਪ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਵਿੱਚ ਹੀ ਸਮਾ ਜਾਂਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂ ਨਿਰੰਕਾਰ ਸਰੂਪ ਹੀ ਸਨ। ਨਿਰਗੁਣ ਤੇ ਸਰਗੁਣ ਸਰੂਪ ਦੀ ਖੇਡ ਸੀ ਤੇ ਸਰਗੁਣ ਦੇ ਵਿੱਚ ਨਿਰਗੁਣ, ਨਿਰਗੁਣ ਦੇ ਵਿੱਚ ਸਰਗੁਣ ਸਮਾ ਗਏ। ਮਿਲ ਗੁਰ ਸੋ ਅਤ ਆਨੰਦ ਪਾਏ। ਬੜਾ ਹੀ ਆਨੰਦ ਹੋਇਆ ਹੈ, ਬੜੀਆਂ ਖੁਸ਼ੀਆਂ ਹੋਈਆਂ। ਸ਼੍ਰੀ ਭਗਵਤ ਪੇ ਲੋਭ ਤਦਾਏ। ਤਾਂ ਉਸ ਸਮੇਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਭਾਵ ਕੇ ਅਲੋਪ ਹੋ ਜਾਂਦੇ ਨੇ। ਸਾਰੀ ਸੇਵਾ ਹੋ ਜਾਂਦੀ ਹੈ। ਨੀਵਾਂ ਜਿਹੜੀਆਂ ਕੜਾ ਸੀ ਨਾ ਟੁੱਟਣ ਵਾਲਾ, ਉਹ ਸਾਰਾ ਸਿਰੇ ਤੱਕ, ਜਿੱਥੇ ਤੱਕ ਨੀਵਾਂ ਡੂੰਘੀਆਂ ਪੱਟਣੀਆਂ ਸੀ ਕੜੇ ਤੱਕ, ਉੱਥੇ ਤੱਕ ਸਾਰੀਆਂ ਸੰਪੂਰਨ ਹੋ ਗਈਆਂ। ਪ੍ਰਭ ਆਗਿਆ ਗੁਰ ਸਿਰ ਪਰ ਧਾਰੀ। ਪ੍ਰਭੂ ਦੀ ਆਗਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਪ੍ਰਵਾਨ ਕੀਤੀ ਮੰਨੀ। ਨਿਜ ਅਸਥਾਨ ਗੁਰ ਤਹਾਂ ਸਵਾਰੀ। ਤਾਂ ਨਿਜ ਅਸਥਾਨ ਭਾਵ ਕਿ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਤਖਤ ਕਥਾ ਕਹੋ ਅਗਰ ਸੁਧਾਰਾ। ਹੁਣ ਕਵੀ ਜੀ ਕਹਿ ਰਹੇ ਨੇ, ਕਿਉਂਕਿ ਹਰਿਮੰਦਰ ਸਾਹਿਬ ਜੀ ਵਿੱਚ ਪ੍ਰਕਾਸ਼ ਕੀਤੇ ਮਹਾਰਾਜ ਜੀਆਂ ਦੇ ਆਪ ਸੁਣਦੇ ਆ ਰਹੇ ਹੋ ਵਿਚਾਰ। ਕਿਉਂਕਿ ਪਿਛਲੀ ਕਥਾ ਵੀ ਧਿਆਨ ਨਾਲ ਸੁਣੋਗੇ ਤਾਂ ਹੀ ਇਹ ਗੱਲ ਸਮਝ ਆਉਂਦੀ ਰਹਿੰਦੀ ਹੈ। ਬਾਬਾ ਬੁੱਢਾ ਜੀਆਂ ਨੇ ਮੁੱਖ ਵਾਕ ਲਿਆ, ਮਹਾਰਾਜ ਦੇ ਪ੍ਰਕਾਸ਼ ਸੀ ਤੇ ਉਪਰੰਤ ਫਿਰ ਸਾਰੀਆਂ ਸੰਗਤਾਂ ਬੜੀਆਂ ਖੁਸ਼ੀਆਂ ਵਿੱਚ ਸਨ। ਬੜਾ ਆਨੰਦ ਸੀ ਸਾਰੀਆਂ ਸੰਗਤਾਂ ਦੇ ਵਿੱਚ। ਇਸ ਤਰ੍ਹਾਂ ਬੜੇ ਜੁੜੇ ਬੈਠੇ ਸਨ ਸਾਰੀਆਂ ਸਿੱਖ ਸੰਗਤਾਂ। ਫਿਰ ਵਿਚਾਰ ਹੋ ਰਹੀ ਹੈ, ਇਸ ਕਾਰਨ ਇਹ ਸ਼ਬਦ ਉਚਾਰਾ। ਵੀ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸ਼ਬਦ ਉਚਾਰਨ ਕੀਤਾ ਸੀ। ਭਾਈ ਮਨੀ ਸਿੰਘ ਜੀਆਂ ਨੇ ਭਗਤ ਸਿੰਘ ਜੀਆਂ ਨੂੰ ਇਹ ਸਾਰੀ ਵਿਚਾਰ ਸੁਣਾਈ, ਮਹਾਰਾਜ ਦਾ ਇਤਿਹਾਸ ਸੁਣਾਇਆ। ਸੁਣਿਆ ਆਵਾਜ਼ ਸੰਗਤ ਸੁਖ ਲੀਨੋ। ਸਾਰੀਆਂ ਸੰਗਤਾਂ ਨੇ ਬਾਬਾ ਬੁੱਢਾ ਜੀਆਂ ਤੋਂ ਇਹ ਅੰਮ੍ਰਿਤਮਈ ਬਚਨ ਸੁਣ ਕੇ, ਮੁੱਖ ਵਾਕ ਸੁਣ ਕੇ ਬੜਾ ਆਨੰਦ ਲਿਆ। ਬੁੱਢੇ ਪਾਠ ਜਪਜੀ ਕਾ ਕੀਨੋ। ਫਿਰ ਬਾਬਾ ਬੁੱਢਾ ਜੀਆਂ ਨੇ ਮੁੱਖ ਵਾਕ ਲੈਣ ਤੋਂ ਬਾਅਦ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਹੈ। ਸਭ ਸੰਗਤ ਧੰਨ ਧੰਨ ਉਚਾਰੈ। ਸਾਰੀਆਂ ਸੰਗਤਾਂ ਧੰਨ ਧੰਨ ਉਚਾਰਨ ਕਰਦੀਆਂ ਨੇ, ਸੰਪੂਰਨ ਕੀਤਾ। ਬੁੱਢੇ ਕੀ ਉਪਮਾ ਵਿਸਥਾਰੈ। ਬਾਬਾ ਬੁੱਢਾ ਜੀਆਂ ਦੀ ਵੀ ਬਹੁਤ ਉਪਮਾ ਹੈ, ਕਿਉਂਕਿ ਬੜੀ ਰਸੀਲੀ ਆਵਾਜ਼, ਬੜੇ ਮਿੱਠੇ ਪਿਆਰ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਪਹਿਲਾ ਜਾਪ ਸੀ। ਮਹਾਰਾਜ ਦੇ ਪਹਿਲੇ ਪ੍ਰਕਾਸ਼ ਸੀ। ਅੰਮ੍ਰਿਤੇ ਬਰਸ ਰਿਹਾ ਸੀ। ਅੰਮ੍ਰਿਤ ਜਲ ਛਾਇਆ, ਪੂਰਨ ਸਾਜ ਕਰਾਇਆ। ਅੰਮ੍ਰਿਤ ਰੂਪ ਹੋ ਰਹੀ ਸੀ ਸਾਰੀ ਸੰਗਤ। ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਵਰਤ ਰਹੀ ਸੀ। ਆਨੰਦ ਹੀ ਆਨੰਦ ਛਾਇਆ ਪਿਆ ਸੀ ਚਾਰ ਸਪੀਰੀ। ਸੋਰਠਾ ਸ੍ਰੀ ਗੁਰੂ ਅਰਜਨ ਨਾਥ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਦੇਖ ਰੂਪ ਸ੍ਰੀ ਗ੍ਰੰਥ ਕੋ। ਇਉਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸਰੂਪ ਤੱਕ ਕੇ ਮਨ ਮੈਂ ਭਏ ਸਨਾਥ। ਮਨ ਦੇ ਅੰਦਰ ਨਿਹਾਲ ਨਿਹਾਲ ਹੋ ਗਏ। ਅਤ ਆਨੰਦ ਗਦ ਗਦ ਭਏ। ਬੜਾ ਆਨੰਦ ਆ ਗਿਆ, ਗਦ ਗਦ ਹੋ ਗਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਇਸ ਤਰ੍ਹਾਂ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ, ਮਹਾਰਾਜ ਦਾ ਪ੍ਰਕਾਸ਼, ਪਹਿਲੇ ਬਚਨ, ਬਾਣੀ ਦਾ ਜਾਪ, ਆਪ ਵੀ ਸਤਿਗੁਰੂ ਮਹਾਰਾਜ ਅੰਮ੍ਰਿਤ ਰੂਪ ਹੀ ਹੋ ਗਏ। ਦੋਹਰਾ ਨਿਕਸ ਦਰਬਾਰ ਸਨਮੁਖ ਖਰੇ। ਸਤਿਗੁਰੂ ਮਹਾਰਾਜ ਵੀ ਸੰਪੂਰਨਤਾਈ ਫਤਿਹ ਬੁਲਾਈ, ਜੈਕਾਰਾ ਆਉਂਦਾ ਹੈ। ਭਾਈ ਸੰਤੋਖ ਸਿੰਘ ਜੈਕਾਰਾ ਲਿਖਦੇ ਨੇ ਕਿ ਸਾਰੀ ਸੰਗਤ ਨੇ ਜੈ ਜੈਕਾਰ ਕੀਤੀ। ਜੈ ਜੈਕਾਰ ਭਇਆ ਜਗ ਅੰਤਰ। ਸਾਰੇ ਜਗ ਦੇ ਅੰਦਰ ਜੈ ਜੈਕਾਰ ਹੋਈ। ਮਹਾਰਾਜ ਫਿਰ ਨਮਸਕਾਰ ਕਰਕੇ ਹਰਿਮੰਦਰ ਸਾਹਿਬ ਜੀ ਤੋਂ ਬਾਹਰ ਆਏ। ਉਸਤਤ ਕੀਨ ਉਚਾਰ। ਹਰਿਮੰਦਰ ਸਾਹਿਬ ਜੀ ਦੇ ਤਖਤ ਭਾਵ
ਕੇ ਮੁੱਖ ਗੇਟ ਦੇ ਸਾਹਮਣੇ ਖੜ ਗਏ ਨੇ ਹੱਥ ਜੋੜ ਕੇ। ਫਿਰ ਨਾਲ ਉਪਮਾ ਕਰਦੇ ਹਨ। ਖੀਰ ਸਿੰਧ ਕੋ ਤਿਆਗ ਕੈ, ਕੀ ਆਖਦੇ ਨੇ ਕਿ ਖੀਰ ਸਮੁੰਦਰ ਹੈ ਜਿਹਦੇ ਵਿੱਚ ਵਿਸ਼ਨੂੰ ਭਗਵਾਨ ਦਾ ਟਿਕਾਣਾ ਮੰਨਿਆ ਜਾਂਦਾ ਹੈ। ਏਠਾਂ ਆਏ ਮੁਰਾਰ, ਮੁਰਾਰ ਪਰਮੇਸ਼ਰ ਹੁਣ ਇੱਥੇ ਆ ਗਏ ਨੇ। ਮਹਾਰਾਜ ਕਹਿਣ ਲੱਗੇ ਸਵਈਆ ਜਹ ਨਾਮ ਲਿਏ ਅਗ ਬ੍ਰੰਦ ਟਰੈ, ਜਿਨ੍ਹਾਂ ਦੇ ਨਾਮ ਲੈਣ ਦੇ ਨਾਲ ਹੀ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਭਵ ਸਾਗਰ ਤੇ ਨਰ ਪਾਰ ਉਤਰੈ, ਸੰਸਾਰ ਸਮੁੰਦਰ ਤੋਂ ਜੀਵ ਪਾਰ ਉਤਰ ਜਾਂਦੇ ਨੇ ਨਿਰੰਕਾਰ ਦਾ ਨਾਮ ਲੈ ਕੇ, ਨਾਰਾਇਣ ਆਖ ਕੇ। ਜਹ ਨਾਮ ਲਿਏ ਜਲ ਸੈਲ ਤਰੈ, ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਹੀ ਪਹਾੜ ਭਾਵ ਕਿ ਪੱਥਰ ਪਾਣੀ ਦੇ ਉੱਤੇ ਤਰਦੇ ਹਨ। ਭਵ ਫੰਦ ਮਿਟੈ ਨੈ ਰੰਚਕ ਬਾਰੈ, ਭਾਵ ਕਿ ਰੱਤਾ ਵੀ ਜਿੰਨੀ ਦੇਰ ਨਹੀਂ ਲੱਗਦੀ, ਸੰਸਾਰ ਦੇ ਜਨਮ ਮਰਨ ਦੇ ਬੰਧਨ ਕੱਟੇ ਜਾਂਦੇ ਨੇ ਜਿਹੜੇ ਨਾਮ ਲੈਂਦੇ ਨੇ ਨਿਰੰਕਾਰ ਦਾ, ਰਾਮ ਦਾ। ਸੋਈ ਮੁਰਾਰ ਬਨਿਓ ਨਿਰਧਾਰ, ਉਹੀ ਨਿਰੰਕਾਰ ਮੁਰਾਰ ਪਰਮੇਸ਼ਰ ਨਿਰਣੇ ਧਾਰਨ ਕਰਕੇ ਤੱਕ ਲੋ। ਸ਼੍ਰੀ ਰਾਮਦਾਸ ਗੁਰੂ ਦਰਬਾਰੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸੁੰਦਰ ਦਰਬਾਰ। ਧੰਨ ਧੰਨ ਰਾਮਦਾਸ ਗੁਰੂ ਜੀ ਨੇ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਮਹਾਰਾਜ ਕਹਿੰਦੇ ਉਹੀ ਨਿਰੰਕਾਰ ਸਰੂਪ ਦਾ ਇਹ ਜੋ ਰਾਮਦਾਸ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼, ਗੁਰੂ ਰਾਮਦਾਸ ਮਹਾਰਾਜ ਦਾ ਦਰਬਾਰ ਹਰਿਮੰਦਰ ਸਾਹਿਬ ਨਿਰੰਕਾਰ ਦਾ ਬਣਿਆ ਹੈ। ਤਾਹੇ ਸਰੂਪ ਗ੍ਰੰਥ ਬਿਰਾਜ, ਉਹੀ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਹਨ। ਕਲ ਮੈਂ ਜਗ ਕੋ ਨਿਸਤਾਰੇ, ਜਗਤ ਦੇ ਵਿੱਚ ਕਲਯੁਗ ਦੇ ਸਮੇਂ ਦੇ ਨਿਸਤਾਰ ਕਰਨਗੇ, ਸੰਸਾਰ ਦੇ ਜੀਵਾਂ ਨੂੰ ਤਾਰਨਗੇ। ਜਾਹੇ ਕੇ ਤੁਲ ਨਹੀਂ ਜਗ ਮੈਂ, ਜਿਨ੍ਹਾਂ ਦੇ ਸਮਾਨ ਸੰਸਾਰ ਦੇ ਵਿੱਚ ਕੋਈ ਨਹੀਂ ਹੈ। ਸੁਰ ਮੈਂ ਸੁਰ ਲੋਕ ਪੁਰੀ ਨ ਕੁਬੇਰਾ, ਨਾ ਸੁਰ ਭਾਵ ਕੇ ਨਾ ਕੋਈ ਦੇਵਤਿਆਂ ਦੀ ਪੁਰੀ ਦੇ ਵਿੱਚ, ਇੰਦਰ ਦੇਵਤਿਆਂ ਦੇ ਵਿੱਚ, ਨਾ ਕਬੇਰਪੁਰੀ। ਕਮਲਜ ਬਰਨ ਨਹੀਂ ਤੁਲ ਪਾਵਤ, ਬ੍ਰਹਮਾਪੁਰੀ ਭਾਵ ਕੇ ਬਰਨਪੁਰੀ। ਸਾਰੇ ਕੋਈ ਬਰਨ ਦੇਵਤਾ ਵੀ ਮੰਨਿਆ ਜਾਂਦਾ ਹੈ ਵੀ ਇਹ ਕੋਈ ਵੀ ਪਾਰਾਵਾਰ ਨਹੀਂ ਪਾ ਸਕਦੇ। ਸ਼੍ਰੀ ਪਤ ਧਾਮ ਸਮਾਨ ਚੇਰਾ, ਧੰਨ ਸ੍ਰੀ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਸੁੰਦਰ ਸਥਾਨ ਹੈ ਸਾਰਿਆਂ ਨਾਲੋਂ ਉੱਚਾ ਹੈ। ਕਾਂਸ਼ੀ ਦਵਾਰ ਗਿਆ ਸਮਨਾਹਨ, ਕਾਂਸ਼ੀ ਹੋ ਗਏ, ਦਵਾਰਕਾ ਹੋ ਗਈ, ਗਿਆ ਜੀ ਹੋ ਗਈ। ਭਗਵੰਤ ਕਿਉ ਇਹ ਧਾਮ ਹੈ ਮੇਰਾ, ਪਰਮੇਸ਼ਰ ਉਹਨਾਂ ਸਾਰੇ ਧਾਮਾਂ ਨੂੰ ਛੱਡ ਕੇ ਇੱਥੇ ਆ ਕੇ ਵਸ ਗਏ ਨੇ। ਕਹਿੰਦੇ ਮੇਰਾ ਆਪਣਾ ਧਾਮ, ਮੇਰਾ ਆਪਣਾ ਘਰ ਹੈ। ਤੁਲਨਾ ਪਾਵਤ ਜਾਹੇ ਕੇ ਕੋ, ਭਾਵ ਕਿ ਜਿਨ੍ਹਾਂ ਦੇ ਤੁਲ ਕੋਈ ਵੀ ਨਹੀਂ ਹੈ ਸੰਸਾਰ ਦੇ ਉੱਤੇ। ਇਕ ਜਾ ਸਮ ਧਾਮ ਇਹੀ ਹਮ ਮੇਰਾ, ਬਸ ਇੱਕੋ ਇੱਕ ਧਾਮ ਹੈ ਸਾਰੇ ਸੰਸਾਰ ਦੇ ਵਿੱਚ, ਮੇਰਾ ਆਪਣਾ। ਚੌਪਈ ਕਰ ਉਸਤਤ ਗੁਰ ਬੰਧਨ ਧਾਰੇ, ਕਿਉਂਕਿ ਬਾਣੀ ਦੇ ਵਿੱਚ ਵੀ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ। ਬਸ ਇਸ ਸਥਾਨ ਵਰਗਾ ਨਹੀਂ ਹੈ ਕੋਈ। ਦੁਬਾਰੇ ਪੜੋ। ਕਰ ਉਸਤਤ ਗੁਰ ਬੰਧਨ ਧਾਰੇ, ਇਉਂ ਉਸਤਤੀ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀਆਂ ਨੇ ਹਰਿਮੰਦਰ ਸਾਹਿਬ ਨਮਸਕਾਰ ਕੀਤੀ। ਦਰਬਾਰ ਬਾਹਰ ਬੈਠੇ ਹਰਖਾਰੇ, ਬਹੁਤ ਖੁਸ਼ੀਆਂ ਦੇ ਨਾਲ ਦਰਬਾਰ ਸਾਹਿਬ ਤੋਂ ਹੁਣ ਸਾਹਮਣੇ ਸਨਮੁਖ ਬਾਹਰ ਬੈਠੇ ਹਨ। ਭਗਤ ਸਿੰਘ ਤਬ ਪ੍ਰਸ਼ਨ ਸੁਕੀਨੋ, ਭਗਤ ਸਿੰਘ ਜੀ ਪ੍ਰਸ਼ਨ ਕਰਦੇ ਹਨ ਬਾਹਰ ਬੈਠਣ ਕਿਉਂ ਗੁਰ ਲੀਨੋ, ਵੀ ਸਤਿਗੁਰੂ ਮਹਾਰਾਜ ਜੀ ਬਾਹਰ ਕਿਉਂ ਬੈਠੇ ਨੇ। ਮਨੀ ਸਿੰਘ ਕਹਿ ਸੁਨ ਗੁਰ ਰੀਤ, ਭਾਈ ਮਨੀ ਸਿੰਘ ਜੀ ਕਹਿਣ ਲੱਗੇ ਰੀਤੀ ਸੁਣੋ। ਗੁਰ ਜਨ ਅਰਜਨ ਮਨ ਧਾਰ ਪ੍ਰਤੀਤ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਉੱਤੇ ਪ੍ਰਤੀਤ ਭਰੋਸਾ ਕਰ ਇਸ ਗੱਲ ਦਾ। ਪਰ ਕਰਮਾ ਬੰਧਨ ਬਾਹਰ ਕਰੈ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਕਰਮਾਂ ਤੇ ਬੰਧਨਾਂ ਬਾਹਰੋਂ ਨਮਸਕਾਰ ਕਰਦੇ, ਪ੍ਰਕਰਮਾਂ ਕਰਦੇ। ਤਰ ਨਿਜ ਪਦ ਕਬੈ ਨ ਧਰੈ, ਸਤਿਗੁਰੂ ਮਹਾਰਾਜ ਕਹਿੰਦੇ ਵੀ ਅੰਦਰ ਨੀਸੀ ਮਹਾਰਾਜ ਚਰਨ ਧਰਦੇ। ਸ੍ਰੀ ਗੁਰੂ ਅਚੁੱਤ ਧਾਮ ਵਿਚਾਰੇ, ਵਿਚਾਰਦੇ ਸਨ ਕਿ ਨਿਰੰਕਾਰ ਦਾ ਸਥਾਨ ਹੈ। ਕਰੈ ਅਦਬ ਰਹਿ ਬਾਹਰ ਵਾਰੇ, ਅਦਬ ਕਰਦੇ ਸੀ, ਸਤਿਕਾਰ ਕਰਦੇ ਸਨ, ਬਾਹਰ ਰਹਿੰਦੇ ਸੀ। ਭਗਤ ਸਿੰਘ ਗੁਰ ਚਰਿਤ ਅਨੰਤਾ, ਭਾਈ ਭਗਤ ਸਿੰਘ ਜੀ ਨੂੰ ਕਹਿ ਰਹੇ ਨੇ ਮਨੀ ਸਿੰਘ ਕਿ ਇਹ ਸਤਿਗੁਰਾਂ ਦੇ ਚਰਿੱਤਰ ਨੇ, ਕੌਤਕ ਨੇ, ਅਨੰਤ ਨੇ, ਜਿਨ੍ਹਾਂ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਜਨਮ ਸਫਲ ਰਿਤ ਬਰਨਤ ਸੰਤਾ, ਭਾਵ ਕਿ ਜਿਹੜੇ ਇਸ ਮਹਾਨ
ਸਤਿਗੁਰੂ ਮਹਾਰਾਜ ਦੇ ਪਾਵਨ ਇਤਿਹਾਸ ਨੂੰ ਸੁਣਦੇ ਨੇ, ਵਰਣਨ ਕਰਦੇ ਨੇ, ਵਿਚਾਰਦੇ ਨੇ, ਭਾਵ ਕਿ ਉਹਨਾਂ ਦੇ ਜੀਵਨ ਦੇ ਵਿੱਚ ਅਨੰਤ ਹੀ ਸੁਖ ਆ ਜਾਂਦੇ ਹਨ। ਬੁੱਢੇ ਪੁੱਛਿਓ ਸ੍ਰੀ ਗੁਰ ਪਾਸ, ਫੇਰ ਦੁਬਾਰੇ ਪੁੱਛਣਾ ਕੀਤਾ ਹੈ ਬਾਬਾ ਬੁੱਢਾ ਜੀਆਂ ਨੇ। ਹੇ ਪ੍ਰਭ ਮੋਹਿ ਸੁਨੋ ਅਰਦਾਸ, हे ਪ੍ਰਭੂ ਜੀ ਮੇਰੀ ਅਰਦਾਸ ਸੁਣੋ, ਬੇਨਤੀ ਸੁਣੋ। ਗੁਰੂ ਗ੍ਰੰਥ ਰਹਿਣ ਜੈ ਬਸੈ, ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਿਰ ਸ਼ਾਮ ਨੂੰ ਰਹਿਣ, ਭਾਵ ਕਿ ਰਾਤ ਨੂੰ ਵਿਸਰਾਮ ਕਿੱਥੇ ਕਰਾਉਣਾ ਹੈ, ਕਿੱਥੇ ਵਿਸਰਾਮ ਕਰਾਉਣੇ ਨੇ, ਇਉਂ ਬਾਬਾ ਬੁੱਢਾ ਜੀਆਂ ਨੇ ਸਤਿਗੁਰੂ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ। ਸ੍ਰੀ ਮੁਖ ਕਹੋ ਸੰਸ ਮੋਹਿ ਨਸੈ, ਇਹ ਸਤਿਗੁਰੂ ਮਹਾਰਾਜ ਆਪ ਪਵਿੱਤਰ ਮੁਖਾਰਬਿੰਦ ਤੋਂ ਬਚਨ ਕਰੋ, ਮੇਰੇ ਮਨ ਦਾ ਸੰਸਾ ਦੂਰ ਹੋਵੇ। ਦੋਹਰਾ ਗੁਰੂ ਅਰਜਨ ਸ੍ਰੀ ਮੁਖ ਕਹਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਚਨ ਕਰਦੇ ਨੇ। ਸੁਨੋ ਰੀਤ ਹਿਤ ਧਾਰ, ਵੀ ਭਾਈ ਬੁੱਢਾ ਜੀ ਹੁਣ ਧਿਆਨ ਦੇ ਨਾਲ ਸੁਣੋ, ਸਾਰੀ ਮਰਜ਼ਾਦਾ ਰੀਤੀ, ਭਾਵ ਕਿ ਧਿਆਨ ਨਾਲ ਸੁਣੋ। ਅਚੁੱਤ ਗੁਰ ਦਰਬਾਰ ਇਹ ਜਿਹੜਾ ਦਰਬਾਰ ਹੈ ਅਚੁੱਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੈ, ਜਿਹਨੂੰ ਨਾ ਗੀੜਿਆ ਜਾ ਸਕਦਾ, ਨਾ ਤੱਕਿਆ ਜਾ ਸਕਦਾ, ਨਾ ਉਹ ਕੱਟਿਆ ਜਾ ਸਕਦਾ ਹੈ, ਨਾ ਮਿਣਿਆ ਤੋਲਿਆ ਜਾ ਸਕਦਾ। ਉਹਨੂੰ ਕਹਿੰਦੇ ਨੇ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਮਧੂਸੂਦਨ ਦਮੋਦਰ ਸੁਆਮੀ। ਇਸ ਤਰ੍ਹਾਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਦਰਬਾਰ ਹੈ। ਗ੍ਰੰਥ ਸਰੂਪ ਮੁਰਾਰੀ ਉਸ ਪਰਮੇਸ਼ਰ ਅਕਾਲ ਪੁਰਖ ਦਾ ਇਹ ਸਰੂਪ ਹੈ। ਗ੍ਰੰਥ ਸਾਹਿਬ ਆਖੋ ਸਤਨਾਮ ਸ੍ਰੀ ਵਾਹਿ ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨ ਕੋਏ। ਕਿਉਂਕਿ ਬਾਣੀ ਨਿਰੰਕਾਰ ਹੈ, ਨਿਰੰਕਾਰ ਦਾ ਸਰੂਪ ਹੈ, ਜਿਹਦੇ ਵੱਡਾ ਹੋਰ ਕੋਈ ਨਹੀਂ ਹੈ। ਸਤਿਗੁਰੂ ਮਹਾਰਾਜ ਆਪ ਵੀ ਇਸ ਗੱਲ ਦੀ ਗਵਾਹੀ ਦੇ ਰਹੇ ਨੇ। ਇਸੇ ਕਰਕੇ ਕਵੀ ਜੀਆਂ ਨੇ ਇਹ ਗੱਲ ਲਿਖੀ ਹੈ। ਸਤਿਗੁਰੂ ਜਾਣਦੇ ਨੇ ਉਸ ਸਮੇਂ ਦੇ ਸਮੇਂ ਨੂੰ, ਜਾਂ ਇਤਿਹਾਸਕ ਸਰੋਤ ਹੁੰਦੇ ਨੇ ਕਿ ਸਤਿਗੁਰੂ ਮਹਾਰਾਜ ਬਾਹਰ ਬੈਠਦੇ, ਅੰਦਰ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਮੁੱਖ ਵਾਕ ਲੈਂਦੇ, ਪਰ ਸਤਿਗੁਰੂ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਜਿੰਨਾ ਚਿਰ ਬੈਠਦੇ, ਸੰਗਤਾਂ ਨੂੰ ਨਮਸਕਾਰ ਨਹੀਂ ਸੀ ਕਰਨ ਦਿੰਦੇ, ਇਸ ਕਰਕੇ ਬਾਹਰ ਬੈਠਦੇ ਸੀ। ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਆਪ ਤਖਤ 'ਤੇ ਬਿਰਾਜਮਾਨ ਹੋਇਆ ਕਰਦੇ ਸੀ। ਹਰਿਮੰਦਰ ਸਾਹਿਬ ਜਾਣਾ, ਨਮਸਕਾਰ ਕਰਨੀ, ਪਰਿਕਰਮਾ ਕਰਨੀ, ਦਰਸ਼ਨ ਕਰਨੇ, ਮੁੱਖ ਵਾਕ ਸੁਣਨਾ, ਬਾਣੀ ਸੁਣਨੀ, ਤੇ ਦਰਬਾਰ ਕਿੱਥੇ ਲਾਉਣਾ? ਅਕਾਲ ਤਖਤ ਸਾਹਿਬ 'ਤੇ। ਸੋ ਇਸ ਤਰ੍ਹਾਂ ਨਿਰੰਕਾਰ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ, ਸਤਿਗੁਰੂ ਮਹਾਰਾਜ ਬਾਣੀ ਦਾ ਨਿਰੰਕਾਰ ਸਰੂਪ ਸਾਨੂੰ ਉਪਦੇਸ਼ ਦੇ ਕੇ ਸਤਿਕਾਰ ਕਰਾਉਂਦੇ ਤੇ ਆਪ ਕਰਦੇ ਸੀ। ਢੇੜ ਜਾਮਨ ਸਜਾਏ ਜਬ, ਮਹਾਰਾਜ ਹੁਣ ਬਚਨ ਕਰਦੇ ਨੇ, ਬਾਬਾ ਬੁੱਢਾ ਜੀਆਂ ਨੂੰ ਕਹਿ ਰਹੇ ਨੇ ਕਿ ਜਦੋਂ 1.5 ਪਹਿਰ ਰਾਤ ਬਤੀਤ ਹੋ ਜਾਵੇ, ਸੋਹਿਲਾ ਪੜ ਚਿਤ ਲਾਏ, ਫਿਰ ਸੋਹਲੇ ਦਾ ਪਾਠ ਕਰਨਾ ਹੈ ਚਿੱਤ ਨਾਲ ਲਾ ਕੇ। ਗ੍ਰੰਥ ਵਸੈ ਜੈ ਠਾਂ ਵਿਖੈ, ਫਿਰ ਉਸ ਸਮੇਂ ਜਿਸ ਥਾਂ ਤੇ ਗ੍ਰੰਥ ਸਾਹਿਬ ਜੀ ਦਾ ਵਾਸਾ ਕਰਨਾ ਹੈ, ਸੋ ਸੁਨੋ ਸੁਖਦਾਏ, ਉਹ ਵੀ ਸੁਣੋ ਬੜੇ ਪ੍ਰੇਮ ਦੇ ਨਾਲ, ਸੁੱਖਾਂ ਦੇ ਦੇਣ ਵਾਲੀ ਪਾਵਨ ਪਵਿੱਤਰ ਧਰਤੀ। ਚੌਪਈ ਸ੍ਰੀ ਭਗਵਤ ਕੀ ਆਗਿਆ ਪਾਏ, ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਦੇ ਨਾਲ ਰਚੀ ਕੋਠੜੀ ਹਮ ਅਪਨਾਏ, ਜਿੱਥੇ ਅਸੀਂ ਵਾਸਾ ਕਰਦੇ ਸੀ, ਇਹ ਅਸੀਂ ਪਰਮੇਸ਼ਰ ਦੇ ਹੁਕਮ ਨਾਲ ਇਹ ਸੁੰਦਰ ਕੋਠਾ ਸਾਹਿਬ ਕਹਿੰਦੇ ਹੁੰਦੇ। ਕੋਠੜੀ ਤਾਂ ਆਉਂਦਾ ਹੈ ਕਿਉਂ ਪੁਰਾਤਨ ਸਮੇਂ 'ਚ ਕੋਠਾ ਸਾਹਿਬ ਕਿਹਾ ਜਾਂਦਾ, ਜਿੱਥੇ ਮਹਾਰਾਜ ਆਪ ਬਿਰਾਜਮਾਨ ਹੁੰਦੇ, ਜਿਹਨੂੰ ਅੱਜ ਅਸੀਂ ਕੀ ਕਹਿੰਦੇ ਹਾਂ? ਸੱਚਖੰਡ ਸਾਹਿਬ। ਪਹਿਲਾ ਨਾਮ ਕੋਠਾ ਸਾਹਿਬ ਸੀ। ਮਹਾਰਾਜ ਕਹਿੰਦੇ ਇਹ ਸਥਾਨ ਅਸੀਂ ਅਕਾਲ ਪੁਰਖ ਦੇ ਹੁਕਮ ਨਾਲ ਹੀ ਬਣਵਾਇਆ ਹੈ। ਤਹਿ ਨਿਵਾਸ ਗੁਰੂ ਗ੍ਰੰਥੈ ਕਰੋ, ਇੱਥੇ ਨਿਵਾਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਥੇ ਨਿਵਾਸ ਵਾਸਾ ਕਰਨਾ ਹੈ। ਸਗਰੀ ਰੀਤ ਇਹੋ ਚਿਤ ਧਰੋ, ਸਾਰੀ ਰੀਤ ਇਸ ਤਰ੍ਹਾਂ ਚਿੱਤ ਧਾਰਨ ਕਰਕੇ ਸੁਣੋ। ਸ੍ਰੀ ਦਰਬਾਰ ਕਰਾਏ ਇਸ਼ਨਾਨਾ, ਕੀ ਕਰਨਾ ਹੈ? ਦਰਬਾਰ ਸਾਹਿਬ ਦਾ ਉਪਰੰਤ ਫਿਰ ਇਸ਼ਨਾਨ ਕਰਾਉਣਾ ਹੈ ਅੰਮ੍ਰਿਤ ਵੇਲੇ। ਨਵੀਨ ਪੁਸ਼ਾਕ ਸਿੰਘਾਸਣ ਥਾਨਾ, ਸਾਰੀ ਪੁਸ਼ਾਕ, ਸਾਰੇ ਵਸਤਰ ਨਵੀਨ, ਭਾਵ ਕਿ ਨਵੇਂ ਵਸਤਰ ਤਾਂ ਵਿਛਾਉਣੇ ਨੇ, ਨਵੇਂ ਹੀ ਮਹਾਰਾਜ ਨੂੰ ਪਹਿਨਾਉਣੇ ਹਨ। ਸਦਾ ਘ੍ਰਿਤ ਕੀ ਜੋਤ ਜਗਾਵੋ, ਸਦਾ ਹੀ ਘਿਓ ਦੇ ਦੀਪਕ ਜਗਾਉਣੇ ਨੇ, ਘਿਓ ਦੀ ਜੋਤ ਜਗਾਉਣੀ ਆ, ਜੋ ਅੱਜ ਵੀ ਹਰਿਮੰਦਰ ਸਾਹਿਬ ਸੱਚਖੰਡ ਜਗਦੀ ਹੈ। ਇਹ ਵਿਧ ਕਰ ਸੇਵਾ ਫਲ ਪਾਵੋ, ਇਸ ਤਰੀਕੇ ਨਾਲ ਸੇਵਾ ਕਰਕੇ ਫਲ ਪ੍ਰਾਪਤ ਕਰੋ ਜੀ। ਏਕ ਜਾਮਨ ਸਜਬ ਰਹਿ ਜਾਏ, ਕੀ ਕਰਨਾ ਹੈ? ਮਹਾਰਾਜ ਕਹਿੰਦੇ ਜਦੋਂ ਇੱਕ ਪਹਿਰ ਭਾਵ ਸਵਾ ਪਹਿਰ ਰਾਤ ਰਹਿੰਦੇ ਆ, ਰਾਗੀ ਆਏ ਵਾਰ ਇਹਾਂ ਲਾਏ, ਰਾਗੀ
ਤੜਕੀ ਆ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰਨ। ਅੱਜ ਵੀ ਉਹ ਮਰਜ਼ਾਦਾ ਹੈ, 3:30 ਪੌਣੇ 4 ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋ ਜਾਂਦਾ ਹੈ। ਜੁਗਲ ਘੜੀ ਜਬ ਨਿਸ ਰਹਿ ਜਾਵੇ, ਜਦੋਂ 2 ਘੜੀਆਂ ਰਹਿ ਜਾਣ ਦਿਨ ਚੜ੍ਹਨ ਦੇ ਵਿੱਚ, ਜਿਵੇਂ 5 ਵਜੇ ਦਾ ਸਮਾਂ ਪੌਣੇ 5 ਦਾ ਹੁੰਦਾ ਹੈ, ਗੁਰੂ ਗ੍ਰੰਥ ਜੀ ਪੁਨਹੀਆਂ ਆਵੇ। ਤਾਂ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਭਾਵ ਕਿ ਉਸ ਸਮੇਂ ਬਾਣੀ ਬੀੜ ਸਾਹਿਬ ਨੂੰ, ਪੋਥੀ ਸਾਹਿਬ ਨੂੰ ਲੈ ਕੇ ਆਉਣਾ। ਉਦੋਂ ਪੋਥੀ ਸਾਹਿਬ ਕਹਿੰਦੇ ਸੀ, ਬੀੜ ਸਾਹਿਬ ਆਖਦੇ ਸੀ। ਫਿਰ ਅੱਜ ਅਸੀਂ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਡੇ ਗੁਰੂ ਨੇ। ਇਸ ਤਰ੍ਹਾਂ ਵੀ ਉਸ ਸਮੇਂ ਫਿਰ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਲੈ ਕੇ ਆਉਣਾ ਹੈ। ਲੈ ਆਵਾਜ਼ ਜਪਜੀ ਕਾ ਪਾਠ, ਕੀ ਕਰਨਾ? ਪਹਿਲਾਂ ਮੁੱਖ ਵਾਕ ਲੈਣਾ, ਫਿਰ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ। ਹਜ਼ਾਰੇ ਸ਼ਬਦ ਗੁਰੂ ਸੋ ਗਾਂਠ, ਇਸ ਤਰ੍ਹਾਂ ਸ਼ਬਦ ਹਜ਼ਾਰਿਆਂ ਦਾ ਵੀ ਜਾਪ ਕਰਨਾ ਹੈ। ਸਾਰੋ ਦਿਵਸ ਸੋ ਕੀਰਤਨ ਹੋਵੇ, ਸਾਰਾ ਦਿਨ ਫਿਰ ਕੀਰਤਨ ਕਰਨਾ ਹੈ। ਸਤਿਗੁਰੂ ਮਹਾਰਾਜ ਨੇ ਮਰਜ਼ਾਦਾ ਆਪ ਬੰਨੀ। ਕਬਹੂ ਕਥਾ ਸੰਤ ਸੰਗ ਜੋਵੈ, ਕਦੇ ਕਥਾ ਵੀ ਸੰਤਾਂ ਦੇ ਸੰਗ, ਭਾਵ ਕੇ ਵਿਚਾਰਾਂ ਵੀ ਅੰਮ੍ਰਿਤ ਰੂਪ ਬਾਣੀ ਦੀ ਵਿਚਾਰ ਕਰਨੀ। ਦੋਹਰਾ ਅਸ ਮਰਜਾਦ ਦਰਬਾਰ ਕੀ, ਇਹ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦੀ ਮਰਜ਼ਾਦਾ ਸਤਿਗੁਰੂ ਮਹਾਰਾਜ ਨੇ ਆਪ ਕਥਨ ਕੀਤੀ ਤੇ ਆਪ ਰਹੁ ਰੀਤੀ ਇਹ ਚਲਾਈ। ਸ੍ਰੀ ਮੁਖ ਕੀਨ ਉਚਾਰ, ਸਤਿਗੁਰੂ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰੀ। ਬੁੱਢੇ ਉਹ ਸੰਗਤ ਸੁਣੀ, ਬਾਬਾ ਬੁੱਢਾ ਜੀ ਤੇ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਸੁਣੀ ਮਹਾਰਾਜ ਜੀਆਂ ਦੇ ਮੁਖੋਂ ਤੋਂ। ਲਈ ਚਿੱਤ ਮੈਂ ਧਾਰ, ਪਾਤਸ਼ਾਹ ਜੀ ਦੇ ਮੁਖੋਂ ਸੁਣ ਕੇ ਪਵਿੱਤਰ ਮੁਖਾਰਬਿੰਦ ਤੋਂ ਫਿਰ ਆਪਣੇ ਚਿੱਤ ਵਿੱਚ ਧਾਰਨ ਕੀਤੀ। ਇਹ ਹਰਿਮੰਦਰ ਸਾਹਿਬ ਜੀ ਦੀ ਮਰਜ਼ਾਦਾ ਸਤਿਗੁਰੂ ਮਹਾਰਾਜ ਆਪ ਬੰਨ੍ਹਦੇ ਨੇ। ਅੰਮ੍ਰਿਤ ਵੇਲੇ ਦੀ ਸਵਾਉ ਸਮੇਂ ਦੀ ਸਮਾਪਤੀ ਹੈ। ਅਗਲਾ ਇਤਿਹਾਸ ਪਿਆਰ ਨਾਲ ਕੱਲ੍ਹ ਨੂੰ ਸਰਵਣ ਕਰਨਾ। ਅਸ ਮਰਜਾਦ ਦਰਬਾਰ ਕੀ, ਸ੍ਰੀ ਮੁਖ ਕੀਨ ਉਚਾਰ। ਬੁੱਢੇ ਉਹ ਸੰਗਤ ਸੁਣੀ, ਲਈ ਚਿੱਤ ਮੈਂ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ